सत श्री अकाल जी। तुसीं प्राइम मिनिस्टर टैलीविजन देख रहे हो। दोस्तों मैं हाँ स्वर्ण सिंह टैणा तो हर रोज़ की तरह ही प्रोग्राम खबर की खबर लैके हाज़र हाँ। पहली वड्डी खबर के वाले जाने तो पहला पंजाब के मौसम की हाल बयानी करनी बनती है। लंघे कल पंजाब दे विच तपश बहुती नहीं सी, पर किते मींह कणी की खबर भी प्राप्त नहीं हुई। मौसम विभाग के वालों ये गल कही गई है कि 27 तरीक तक पंजाब दे विच मौसम हुण गर्म तो खुश्क रहना, यानी कि 27 जून तक। 28 तरीक तो पंजाब दे विच फिर प्री मॉनसून मींह पै सकदा, यानी कि मॉनसून पाउणा तो हाले आउणियां बाकी है, पर उस तो पहला प्री मॉनसून आ जिहड़ा वो मींह पै सकदा ते ये चोखा मींह पऊगा। भरमां भी पंजाब दे विच 28 तरीक तो बाद पैण दी भविष्यवाणी की गई है। उदां पंजाब दे विच 3-4 दिन जिहड़ा रुक रुक के मींह पिया, बदलवाई हुई है, हनेरी झक्खड़ झुੱਲਾ ਚੱਲਿਆ, ਉਹਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੀ ਹੈ। ਉਹਦੇ ਕਰਕੇ ਧਰਤੀ ਨੂੰ ਵੀ ਰਾਹਤ ਮਿਲੀ ਹੈ ਜਿਹੜੀ ਕਿ ਤਪਸ਼ ਛੱਡਦੀ ਸੀ। ਉਹਦੇ ਕਰਕੇ ਪਸ਼ੂ ਪੰਛੀਆਂ ਨੂੰ ਵੀ, ਉਹਦੇ ਕਰਕੇ ਲੋਕਾਂ ਨੂੰ ਵੀ, ਬਨਸਪਤੀ ਨੂੰ ਵੀ, ਹਰ ਚੀਜ਼ ਨੂੰ ਰਾਹਤ ਮਿਲੀ ਹੈ। ਸੋ 28 ਤਰੀਕ ਤੋਂ ਬਾਅਦ ਕਿੰਨਾ ਕੁ ਮੀਂਹ ਪੈਂਦਾ ਤੇ 27 ਤਰੀਕ ਤੱਕ ਕਿੰਨੀ ਕੁ ਗਰਮੀ ਪੈਂਦੀ ਹੈ, ਇਹ ਵਕਤ ਨੇ ਸਾਰਾ ਕੁਝ ਆਪੇ ਬਿਆਨ ਕਰ ਦੇਣਾ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਹੈ ਸੰਗਰੂਰ ਦੀ ਉਪ ਚੋਣ ਨਾਲ ਸੰਬੰਧਿਤ। ਲੰਘੇ ਕੱਲ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਵੋਟਾਂ ਪਈਆਂ। ਸੰਗਰੂਰ ਦੇ 9 ਵਿਧਾਨ ਸਭਾ ਹਲਕੇ ਆ, ਉਹਨਾਂ ਦੇ ਉੱਤੇ ਆਮ ਆਦਮੀ ਪਾਰਟੀ ਦਾ ਕਬਜ਼ਾ। ਦੂਜੀ ਗੱਲ ਇਹ ਹੈ ਕਿ ਆਸ ਦੇ ਮੁਤਾਬਕ ਹੀ ਵੋਟਾਂ ਪਈਆਂ। ਅਸੀਂ ਇਸੇ ਪ੍ਰੋਗਰਾਮ ਦੇ ਵਿੱਚ ਖਬਰ ਦੀ ਖਬਰ ਦੇ ਵਿੱਚ ਕਈ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਸੀ ਪਿਛਲੇ 2 ਹਫ਼ਤਿਆਂ ਦੇ ਵਿੱਚ ਵੀ ਲੋਕਾਂ ਦੇ ਮਿਜਾਜ਼ ਦੇ ਮੁਤਾਬਕ ਇਹ ਲੱਗਦਾ ਕਿ ਐਤਕੀ ਕਤਾਰਾਂ ਉਨੀਆਂ ਲੰਮੀਆਂ ਨਹੀਂ ਲੱਗਣੀਆਂ। ਲੋਕਾਂ ਦੇ ਰੌਂ ਦੇ ਮੁਤਾਬਕ ਇਹ ਲੱਗਦਾ ਵੀ ਐਤਕੀ ਵੋਟ ਪਰਸੈਂਟੇਜ ਪਿਛਲੀਆਂ ਵਾਰੀਆਂ ਦੇ ਨਾਲੋਂ ਬਹੁਤ ਘੱਟ ਰਹਿਣੀ ਆ। ਤੇ ਇਹੀ ਕੁਝ ਹੋਇਆ ਕਿਉਂਕਿ 40 ਦੇ ਨੇੜੇ ਤੇੜੇ 40% 41% ਦੇ ਨੇੜੇ ਤੇੜੇ ਵੋਟਾਂ ਰਹੀਆਂ। ਹਾਲਾਂਕਿ ਜਦੋਂ ਤੱਕ ਅਸੀਂ ਇਸ ਪ੍ਰੋਗਰਾਮ ਦੀ ਰਿਕਾਰਡਿੰਗ ਕਰ ਰਹੇ ਹਾਂ ਉਦੋਂ ਤੱਕ ਚੋਣ ਕਮਿਸ਼ਨ ਦੇ ਵੱਲੋਂ ਕੋਈ ਅਧਿਕਾਰਤ ਅੰਕੜਾ ਨਹੀਂ ਪੇਸ਼ ਕੀਤਾ ਗਿਆ, ਪਰ ਜਿਸ ਤਰੀਕੇ ਦੇ ਨਾਲ ਲੰਘੇ ਕੱਲ੍ਹ ਦੁਪਹਿਰੇ 3 ਵਜੇ ਤੱਕ ਇੰਨੀਆਂ ਥੋੜ੍ਹੀਆਂ ਵੋਟਾਂ ਪਾਈਆਂ ਵੀ ਹੈਰਾਨੀ ਹੋਈ ਹੈ। 27.8% ਤੱਕ। ਲੰਘੇ ਕੱਲ੍ਹ ਸ਼ਾਮੀ 5 ਵਜੇ ਤੱਕ 37.5% ਦੇ ਕਰੀਬ ਵੋਟਾਂ ਪਈਆਂ ਤੇ ਉਸ ਤੋਂ ਬਾਅਦ 3-4% ਦੇ ਵਿੱਚ ਹੋਰ ਵਾਧਾ ਹੋਇਆ। ਯਾਨੀ ਕਿ ਆਸ ਇਸ ਗੱਲ ਦੀ ਸੀ ਕਿ ਸ਼ਾਇਦ 50-52% ਦੀ ਵੋਟਾਂ ਪੈ ਜਾਣ, ਪਰ ਇਹ 40-41 ਦੇ ਉੱਤੇ ਗੱਲ ਸਿਮਟ ਕੇ ਰਹਿ ਗਈ ਆ। ਹੁਣ ਲੋਕਾਂ ਦੇ ਮਨ ਵਿੱਚ 100 ਕਿਸਮ ਦੇ ਸਵਾਲ ਆ ਵੀ ਇਹ ਕਿਉਂ ਹੋਇਆ। ਇੰਨੀਆਂ ਘੱਟ ਵੋਟਾਂ ਜਿਹੜੀਆਂ ਪੋਲ ਹੋਈਆਂ, ਇਹਦੇ ਨਾਲ ਸਿਮਰਨਜੀਤ ਸਿੰਘ ਮਾਨ ਨੂੰ ਫਾਇਦਾ ਹੋਊ, ਦਲਬੀਰ ਸਿੰਘ ਗੋਲਡੀ ਹੋਰਾਂ ਨੂੰ ਹੋਊ, ਜਾਂ ਗੁਰਮੇਲ ਸਿੰਘ ਘਰਾਚੋ ਹੋਰਾਂ ਨੂੰ ਹੋਊ, ਜਾਂ ਬੀਬੀ ਕਮਲਦੀਪ ਕੌਰ ਹੋਰਾਂ ਨੂੰ ਹੋਊ, ਤੇ ਜਾਂ ਕੇਵਲ ਸਿੰਘ ਢਿੱਲੋਂ ਨੂੰ ਕਿਹਨੂੰ ਫਾਇਦਾ ਹੋਊਗਾ। ਇਹਦੇ ਬਾਬਤ ਹਾਲੇ ਤੱਕ ਅੰਦਾਜ਼ੇ ਆ। ਇਹ 26 ਤਰੀਕ ਨੂੰ ਸਵੇਰੇ ਜਦੋਂ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਣੀ ਹੈ ਤੇ ਮੇਰਾ ਖਿਆਲ ਵੀ 10, 10:30, 11 ਵਜੇ ਤੱਕ ਸਾਰੀ ਸਥਿਤੀ ਕਲੀਅਰ ਹੋ ਜਾਣੀ ਹੈ ਵੀ ਭਾਈ ਕਿਹੜੇ ਪਾਸੇ ਦਾ ਪਲੜਾ ਭਾਰੀ ਹੈ ਤੇ ਕਿਹੜੇ ਘਰ ਦੇ ਵਿੱਚ ਢੋਲ ਵੱਜਦੇ ਤੇ ਕਿਹੜੇ ਘਰ ਦੇ ਵਿੱਚ ਮਾਯੂਸੀ ਛਾਉਂਦੀ ਹੈ। ਪਰ ਇਹ ਹੈ ਵੀ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਇਸ ਗੱਲ ਦਾ ਦਾਅਵਾ ਕੀਤਾ ਗਿਆ ਕਿ ਜਿੱਤਾਂਗੇ ਅਸੀਂ ਹੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋ ਨੇ ਇਹ ਗੱਲ ਕਹੀ ਹੈ ਕਿ ਇੱਕ ਤਰਫਾ ਜਿੱਤ ਸਾਡੀ ਝੋਲੀ ਦੇ ਵਿੱਚ ਪਾਊਗੀ, ਕਿਸੇ ਕਿਸਮ ਦਾ ਕੋਈ ਡਰ ਡੁੱਕਰ ਨਹੀਂ, ਕਿਸੇ ਕਿਸਮ ਦਾ ਤੌਖਲਾ ਨਹੀਂ, ਜਿੱਤ ਸਾਡੀ ਹੋਣੀ ਹੀ ਹੋਣੀ ਹੈ। ਉਧਰੋਂ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਗੱਲ ਕਹੀ ਹੈ ਕਿ ਐਤਕੀ ਯੂਥ ਨੇ, ਨੌਜਵਾਨ ਵਰਗ ਨੇ ਤੇ ਬਾਕੀ ਲੋਕਾਂ ਨੇ ਵੀ ਸਾਡਾ ਬਹੁਤ ਵੱਡੇ ਪੱਧਰ ਤੇ ਸਾਥ ਦਿੱਤਾ, ਜਿੱਤ ਸਾਡੀ ਯਕੀਨੀ ਹੈ। ਉਧਰੋਂ ਕਾਂਗਰਸ ਨੇ ਗੱਲ ਕਹੀ ਹੈ ਵੀ ਭਾਈ ਬਾਕੀ ਪਾਰਟੀਆਂ ਨੂੰ ਨਕਾਰ ਕੇ ਲੋਕਾਂ ਨੇ ਸਾਡੇ ਉੱਤੇ ਹੀ ਭਰੋਸਾ ਪ੍ਰਗਟਾਇਆ, ਜਿੱਤ ਦਲਬੀਰ ਸਿੰਘ ਗੋਲਡੀ ਦੀ ਵੱਟ ਦੇ ਉੱਤੇ ਪਈ ਹੈ। ਯਾਨੀ ਕਿ ਦਾਅਵੇ ਸਭ ਦੇ ਵੱਲੋਂ ਕੀਤੇ ਜਾ ਰਹੇ ਆ ਤੇ ਦਾਅਵੇ ਕਰਨ ਦੇ ਉੱਤੇ ਕੋਈ ਟੈਕਸ ਨਹੀਂ ਲੱਗਦਾ ਗਾ। 26 ਦੀ ਸਵੇਰ ਤੱਕ ਸਾਰੇ ਦਾਅਵੇ ਕਰੋ, ਕਿਉਂਕਿ 15-16 ਉਮੀਦਵਾਰ ਨੇ ਮੈਦਾਨ ਦੇ ਵਿੱਚ ਸੀ ਜਿਨ੍ਹਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ਦੇ ਵਿੱਚ ਬੰਦ ਹੋ ਗਈ ਹੈ। ਮਸ਼ੀਨਾਂ ਖੁੱਲਣੀਆਂ 26 ਨੂੰ ਸਵੇਰੇ 8 ਵਜੇ ਤੋਂ ਖੁੱਲਣੀਆਂ ਸ਼ੁਰੂ ਹੋਣੀਆਂ। ਸਮਾਂ ਦੱਸੂਗਾ ਵੀ ਭਾਈ ਕੌਣ ਸੱਚੀ ਮੁੱਚੀ ਦਾਅਵੇ ਦੇ ਉੱਤੇ ਪੂਰਾ ਉਤਰਦਾ, ਕਿਹਦਾ ਦਾਅਵਾ ਸਹੀ ਸਾਬਤ ਹੁੰਦਾ। ਪਰ ਲੋਕਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਸੀ, ਉਹਨਾਂ ਸਵਾਲਾਂ ਦੇ ਕਰਕੇ ਕਤਾਰਾਂ ਦੇ ਵਿੱਚ ਲੋਕ ਨਹੀਂ ਲੱਗੇ। ਤੁਸੀਂ ਕਮਾਲ ਦੀ ਗੱਲ ਦੇਖੋ, ਲਗਭਗ 3.5 ਮਹੀਨੇ ਪਹਿਲਾਂ ਜਿਹੜੇ ਲੋਕ ਕਤਾਰਾਂ ਦੇ ਵਿੱਚ ਇਸ ਕਦਰ ਲੱਗੇ ਵੀ 1 ਘੰਟਾ 1.5 ਘੰਟਾ ਤੱਕ ਆਪਣੀ ਵਾਰੀ ਦੀ ਉਡੀਕ ਕੀਤੀ ਵਿਧਾਨ ਸਭਾ ਚੋਣ ਦੇ ਲਈ ਵੋਟ ਪਾਉਣ ਦੇ ਵਾਸਤੇ, ਉਹਨਾਂ ਲੋਕਾਂ ਦੇ ਵੱਲੋਂ ਐਤਕੀ ਕਤਾਰ ਦੇ ਵਿੱਚ ਲੱਗਣਾ ਠੀਕ ਨਹੀਂ ਸਮਝਿਆ ਗਿਆ। ਐਤਕੀ ਦਾ ਕਮਾਲ ਇਸ ਗੱਲ ਦੀ ਹੋਈ ਵੀ 11, 11:30 ਵਜੇ ਤੱਕ ਲੰਘੇ ਕੱਲ੍ਹ ਕਈ ਥਾਵਾਂ ਦੇ ਉੱਤੇ ਬੂਥ ਦੇ ਵਿੱਚ ਇੱਕ ਵੀ ਵੋਟ ਨਹੀਂ ਪਈ, ਕਈ ਥਾਵਾਂ ਤੇ ਬੂਥ ਲੱਗੇ ਹੀ ਨਹੀਂ। ਇਹ ਵੀ ਵੱਖਰੀ ਨਿਆਰੀ ਗੱਲ ਦੇਖਣ ਨੂੰ ਮਿਲੀ ਹੈ। ਕਈ ਥਾਵਾਂ ਦੇ ਉੱਤੇ 5 ਬੰਦਿਆਂ ਦੀ ਕਤਾਰ ਸੀ, ਕਈ ਥਾਵਾਂ ਦੇ ਉੱਤੇ ਕਤਾਰ ਨਾਂ ਦੀ ਚੀਜ਼ ਕੋਈ ਨਹੀਂ ਸੀ। ਉੱਥੇ ਪੋਲਿੰਗ ਬੂਥ ਦੇ ਉੱਤੇ ਬੈਠੇ ਹੋਏ ਅਧਿਕਾਰੀ ਵੋਟਰਾਂ ਦੀ ਉਡੀਕ ਕਰੀ ਗਏ ਆ। ਸੋ ਐਤਕੀ ਦਾਰੂ ਸਿੱਕਾ ਮੁਕਤ ਇਹ ਵੋਟਾਂ ਪਈਆਂ, ਐਤਕੀ ਦਾਰੂ ਸਿੱਕਾ ਮੁਕਤ ਪ੍ਰਚਾਰ ਹੋਇਆ, ਇਹ ਇੱਕ ਚੰਗੀ ਗੱਲ ਹੈ। ਪਰ ਲੋਕਾਂ ਦਾ ਮਨ ਖੱਟਾ ਜਿਹਾ ਪੈ ਗਿਆ, ਲੋਕਾਂ ਦਾ ਮਨ ਫਿੱਕਾ ਜਿਹਾ ਪਿਆ, ਸ਼ਾਇਦ ਹਾਲਾਤ ਦੇ ਕਰਕੇ, ਸ਼ਾਇਦ ਸਿੱਧੂ ਮੂਸੇਵਾਲੇ ਦੇ ਕਤਲकांड ਤੋਂ ਬਾਅਦ, ਸ਼ਾਇਦ ਝੋਨੇ ਦੀ ਲਵਾਈ ਦੇ ਵਿੱਚ ਬਹੁਤੇ ਕਿਸਾਨ ਬਿਜ਼ੀ ਹੈ, ਸ਼ਾਇਦ ਕੋਈ ਹੋਰ ਕਾਰਨ ਵੀ ਆਪਾਂ ਮੰਨ ਸਕਦੇ ਹਾਂ। ਸੋ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋ ਦੇ ਵੱਲੋਂ ਇਸ ਗੱਲ ਦਾ ਦਾਅਵਾ ਕੀਤਾ ਗਿਆ ਕਿ ਸਾਡੀ ਪਾਰਟੀ ਦੀ ਹੀ ਜਿੱਤ ਹੋਵੇਗੀ। ਉਹਨਾਂ ਨੇ ਕਿਹਾ ਕਿ ਬਿਨਾਂ ਕਿਸੇ
ਤੌਖਲੇ ਦੇ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਇੱਕ ਪਾਸੜ ਜਿੱਤ ਹੋਵੇਗੀ। ਇੱਥੇ ਵੀ ਦੱਸਣਾ ਬਣਦਾ ਹੈ ਕਿ ਐਤਕੀ ਮੁਕਾਬਲਾ ਫਸਵਾਂ ਮੰਨਿਆ ਜਾ ਰਿਹਾ। ਸਿਮਰਨਜੀਤ ਸਿੰਘ ਮਾਨ ਜਿਹੜੇ ਕਿ 2.5 ਦਹਾਕਿਆਂ ਤੋਂ ਬਾਅਦ ਇਸ ਸਰਗਰਮ ਰੂਪ ਦੇ ਵਿੱਚ ਦਿਖਾਈ ਦਿੱਤੇ ਨੇ, ਜੇਕਰ ਐਤਕੀ ਉਹਨਾਂ ਨੂੰ ਜਿੱਤ ਮਿਲਦੀ ਹੈ ਤਾਂ ਉਹ ਇਸ ਗੱਲ ਨੂੰ ਪ੍ਰਚਾਰਨ ਦੇ ਵਿੱਚ ਕਾਮਯਾਬ ਹੋਣਗੇ ਕਿ ਲੋਕ ਉਹਨਾਂ ਦੀ ਧਾਰਨਾ ਦੇ ਨਾਲ ਹੁਣ ਤੁਰ ਪਏ ਨੇ। ਪਰ ਜੇਕਰ ਉਹਨਾਂ ਦੀ ਐਤਕੀ ਵੀ ਹਾਰ ਹੁੰਦੀ ਹੈ ਤਾਂ ਇਹ ਗੱਲ ਕੁਥਾਂ ਨਹੀਂ ਹੋਏਗੀ ਕਿ ਇਹੋ ਜਿਹਾ ਮੌਕਾ ਤੇ ਇਹੋ ਜਿਹਾ ਪ੍ਰਚਾਰ ਤੇ ਇਹੋ ਜਿਹਾ ਸਮਰਥਨ ਉਹਨਾਂ ਨੂੰ ਸ਼ਾਇਦ ਦੁਬਾਰਾ ਨਾ ਵੀ ਮਿਲੇ, ਕਿਉਂਕਿ ਐਤਕੀ ਸਿੱਧੂ ਮੂਸੇਵਾਲਾ ਦੇ ਕਤਲकांड ਤੋਂ ਬਾਅਦ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਖਾਸ ਕਰਕੇ ਨੌਜਵਾਨ ਵਰਗ ਦੇ ਵੱਲੋਂ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਤੁਰਨ ਦੀ ਗੱਲ ਸਾਹਮਣੇ ਆਈ, ਜਿਸ ਤਰੀਕੇ ਨਾਲ ਰੋਡ ਸ਼ੋਅ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਦਿਖਾਈ ਦਿੱਤੇ, ਇਸ ਤੋਂ ਪਹਿਲਾਂ ਇੰਨਾ ਵੱਡਾ ਇਕੱਠ ਕਦੇ ਘੱਟ ਹੀ ਦੇਖਣ ਨੂੰ ਮਿਲਿਆ। ਆਮ ਆਦਮੀ ਪਾਰਟੀ ਦੇ ਵੱਲੋਂ ਇਸ ਚੋਣ ਦੇ ਵਿੱਚ ਪ੍ਰਚਾਰ ਕੀਤਾ ਗਿਆ ਕਿ ਉਹਨਾਂ ਦੇ ਵੱਲੋਂ 3 ਮਹੀਨਿਆਂ ਦੇ ਵਿੱਚ ਆਪਣੀ ਕਾਰਜਸ਼ੈਲੀ ਬੜੇ ਵਧੀਆ ਤਰੀਕੇ ਨਾਲ ਪੇਸ਼ ਕੀਤੀ ਗਈ। ਭਗਵੰਤ ਮਾਨ ਦੇ ਵੱਲੋਂ ਨਿੱਠ ਕੇ ਚੋਣ ਪ੍ਰਚਾਰ ਕੀਤਾ ਗਿਆ। ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਸੰਗਰੂਰ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਰੋਡ ਸ਼ੋਅ ਕੀਤਾ ਗਿਆ। ਸਮੁੱਚੀ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਤੇ ਹੋਰ ਨੇਤਾ ਸਾਹਿਬਾਨ ਸੰਗਰੂਰ ਦੇ ਵਿੱਚ ਪ੍ਰਚਾਰ ਕਰਦੇ ਨਜ਼ਰ ਆਏ। ਉਧਰ ਕਾਂਗਰਸ ਦੇ ਵੱਲੋਂ ਵੀ ਕਸਰ ਨਹੀਂ ਸੀ ਬਾਕੀ ਛੱਡੀ ਗਈ। ਬੇਸ਼ੱਕ ਕਾਂਗਰਸ ਅੰਦਰੂਨੀ ਵਿਰੋਧ ਦੇ ਕਰਕੇ, ਬੀਜੇਪੀ ਦੇ ਵੱਲ ਜਾਣ ਦੇ ਕਰਕੇ ਤੇ ਵਿਜੀਲੈਂਸ ਦੀ ਰਡਾਰ ਦੇ ਉੱਤੇ ਹੋਣ ਦੇ ਕਰਕੇ ਵੀ ਮਾਯੂਸੀ ਦੇ ਵਿੱਚ ਹੈ, ਪਰ ਇਸ ਦੇ ਬਾਵਜੂਦ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਦਲਬੀਰ ਗੋਲਡੀ ਦੇ ਹੱਕ ਦੇ ਵਿੱਚ ਖੂਬ ਚੋਣ ਪ੍ਰਚਾਰ ਕੀਤਾ ਗਿਆ। ਦਲਬੀਰ ਗੋਲਡੀ ਦੇ ਵੱਲੋਂ ਵੀ ਊਰਜਾਵਾਨ ਤਰੀਕੇ ਦੇ ਨਾਲ ਸਮੇਂ-ਸਮੇਂ ਤੇ ਗੱਲ ਕਹੀ ਗਈ ਕਿ ਲੋਕ ਐਤਕੀ ਸਾਡੇ ਹੱਕ ਦੇ ਵਿੱਚ ਫਤਵਾ ਦੇਣਗੇ। ਉਧਰ ਕੇਵਲ ਸਿੰਘ ਢਿੱਲੋਂ ਬੇਸ਼ੱਕ 2 ਦਿਨਾਂ ਬਾਅਦ ਹੀ ਕਾਂਗਰਸ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਜਾਣ ਤੋਂ ਮਗਰੋਂ ਟਿਕਟ ਲੈਣ ਦੇ ਵਿੱਚ ਕਾਮਯਾਬ ਹੋਏ, ਪਰ ਐਤਕੀ ਬੀਜੇਪੀ ਦੇ ਹੱਕ ਦੇ ਵਿੱਚ ਸ਼ਹਿਰੀ ਖੇਤਰ ਦੀ ਕਿੰਨੀ ਕੁ ਵੋਟ ਪਵੇਗੀ ਇਹ ਵੀ ਵਕਤ ਬਿਆਨ ਕਰੇਗਾ। ਤੇ ਬੀਬੀ ਕਮਲਦੀਪ ਕੌਰ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਕੇ ਵੋਟਾਂ ਮੰਗੀਆਂ ਗਈਆਂ ਨੇ। ਲੋਕ ਇਸ ਗੱਲ ਦੇ ਉੱਤੇ ਕਿੰਨੀ ਕੁ ਪ੍ਰਵਾਨਗੀ ਦੀ ਮੋਹਰ ਲਾਉਂਦੇ ਨੇ, ਕਿੰਨੀਆਂ ਵੋਟਾਂ ਦਿੰਦੇ ਨੇ, ਕੀ ਉਹ ਜਿੱਤਣੇ ਦੇ ਨਹੀਂ, ਇਹ 26 ਤਰੀਕ ਨੂੰ ਸਾਰਾ ਕੁਝ ਪਤਾ ਲੱਗੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜੋ ਸਾਨੂੰ ਅੰਦਾਜ਼ਾ ਸੀ ਬਿਲਕੁਲ ਉਸੇ ਰੂਪ ਦੇ ਵਿੱਚ ਗੱਲ ਹੋਈ ਹੈ। ਅੰਦਾਜ਼ਾ ਇਸ ਕਰਕੇ ਸੀ ਕਿਉਂਕਿ ਸਿੱਧੂ ਮੂਸੇਵਾਲਾ ਦੇ ਕਤਲकांड ਤੋਂ ਬਾਅਦ ਨੌਜਵਾਨ ਵਰਗ ਦੇ ਮਨ ਦੇ ਉੱਤੇ ਸੱਟ ਵੱਜੀ ਹੈ। ਮੈਂ ਫੇਰ ਇਹ ਗੱਲ ਕਹਿਣਾ, ਗੀਤਾਂ ਦੇ ਨਾਲ ਸਹਿਮਤ ਹੋਣਾ ਜਾਂ ਅਸਹਿਮਤ ਹੋਣਾ ਇੱਕ ਵੱਖਰਾ ਵਿਸ਼ਾ, ਪਰ ਇਹ ਗੱਲ ਜ਼ਰੂਰ ਹਰ ਇੱਕ ਦੇ ਮਨ ਦੇ ਉੱਤੇ ਸੱਟ ਮਾਰ ਕੇ ਗਈ ਹੈ ਕਿ ਯਾਰ ਇੱਕ ਬੰਦੇ ਦਾ ਇਸ ਤਰੀਕੇ ਨਾਲ ਕਤਲ ਕਰ ਦਿੱਤਾ ਜਾਵੇ, ਚਿੱਟੇ ਦਿਨ ਇਸ ਤਰੀਕੇ ਨਾਲ ਕਤਲ ਕਰ ਦਿੱਤਾ ਜਾਵੇ। ਪੰਜਾਬ ਦੇ ਵਿੱਚ ਜੇਕਰ ਇਦਾਂ ਦਾ ਕੁਝ ਹੋ ਸਕਦਾ ਤਾਂ ਫਿਰ ਪੰਜਾਬ ਦੇ ਵਿੱਚ ਆਮ ਲੋਕਾਂ ਦਾ ਕੀ ਬਣੂਗਾ ਜੇਕਰ ਇੱਕ ਮਸ਼ਹੂਰ ਬੰਦੇ ਨਾਲ ਇਹ ਸਾਰਾ ਕੁਝ ਹੋ ਸਕਦਾ। ਸੋ ਇਸ ਗੱਲ ਦਾ ਵੀ ਵੱਡਾ ਅਸਰ ਪਿਆ ਹੋਏਗਾ। ਦੂਜੀ ਗੱਲ ਇਹ ਹੈ ਵੀ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਉਹਦੇ ਵੱਲੋਂ ਪ੍ਰਚਾਰ ਕੀਤਾ ਗਿਆ, ਭਗਵੰਤ ਮਾਨ ਦੇ ਵੱਲੋਂ ਖੁਦ ਵੀ ਪ੍ਰਚਾਰ ਕੀਤਾ ਗਿਆ ਤੇ ਭਗਵੰਤ ਮਾਨ ਦੀ ਸਰਕਾਰ ਨੇ ਕਈ ਕੰਮ ਚੰਗੇ ਵੀ ਕੀਤੇ, ਇਹਦੇ ਵਿੱਚ ਕੋਈ ਦੋ ਰਾਇ ਨਹੀਂ। 3-3.25 ਮਹੀਨੇ ਦੇ ਵਿੱਚ ਉਹ ਸਾਰੀਆਂ ਗਰੰਟੀਆਂ, ਉਹ ਵਾਅਦੇ ਪੂਰੇ ਵੀ ਨਹੀਂ ਕੀਤੇ ਜਾ ਸਕਦੇ ਜਿਹੜੇ ਕਿ ਕਹੇ ਗਏ। ਬਾਕੀ ਰਹਿੰਦੇ ਸਮੇਂ ਦੇ ਵਿੱਚ ਕਿੰਨੇ ਵਾਅਦੇ ਪੂਰੇ ਕੀਤੇ ਜਾਣਗੇ ਤੇ ਕਿਵੇਂ ਕਿਵੇਂ ਪੂਰੇ ਕੀਤੇ ਜਾਣਗੇ ਇਹ ਵਕਤ ਨੇ ਬਿਆਨ ਕਰਨਾ। ਇਸ ਵਕਤ ਪ੍ਰਚਾਰ ਸਿਖਰ ਦੇ ਉੱਤੇ ਰਿਹਾ, ਪਰ ਲੋਕਾਂ ਦਾ ਠੰਡਾ ਮੱਠਾ ਪੈੜਾ ਰਿਹਾ, ਲੋਕਾਂ ਦਾ ਮੱਚ ਮਰ ਗਿਆ ਜਿਵੇਂ ਇਸ ਤਰੀਕੇ ਦੇ ਨਾਲ ਗੱਲ ਸਾਹਮਣੇ ਆਈ ਹੈ। ਸੋ ਐਤਕੀ ਜਿੰਨੀ ਘੱਟ ਫੀਸ ਦੀ ਵੋਟ ਪੋਲ ਹੋਈ ਹੈ ਉਹਦੇ ਤੋਂ ਬਾਅਦ ਪੰਜਾਬ ਦੀ ਲੀਡਰਸ਼ਿਪ ਨੂੰ ਇੱਕ ਗੱਲ ਜ਼ਰੂਰ ਸਮਝਣੀ ਪਊਗੀ ਕਿ ਜੇਕਰ ਉਹ ਚਾਹੁੰਦੇ ਨੇ ਕਿ ਲੋਕ ਵੱਧ ਤੋਂ ਵੱਧ ਕਤਾਰਾਂ ਦੇ ਵਿੱਚ ਲੱਗ ਕੇ ਵੋਟਾਂ ਪਾਉਣ ਤਾਂ ਉਹਦੇ ਲਈ ਕੰਮ ਕਰਕੇ ਦਿਖਾਉਣਾ ਪੈਣਾ, ਉਹਦੇ ਲਈ ਸਰਗਰਮੀ ਦਿਖਾਉਣੀ ਪੈਣੀ ਆ। ਤੇ ਕਮਾਲ ਦੀ ਗੱਲ ਇਹ ਹੈ ਕਿ ਪੰਜਾਬ ਦੇ ਵੱਡੇ ਵੱਡੇ ਨੇਤਾ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਆ, ਐਤਕੀ ਉਹ ਸੰਗਰੂਰ ਦੇ ਵਿੱਚ ਬੌੜੇ ਨਹੀਂ। ਤੁਸੀਂ ਗੱਲ ਮਨਪ੍ਰੀਤ ਸਿੰਘ ਬਾਦਲ ਦੀ ਕਰ ਲਓ, ਚਰਨਜੀਤ ਸਿੰਘ ਚੰਨੀ ਦੀ ਕਰ ਲਓ, ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਓ, ਕਈ ਹੋਰ ਨੇਤਾ ਵੱਖ-ਵੱਖ ਪਾਰਟੀਆਂ ਦੇ, ਕੋਈ ਵਿਦੇਸ਼ ਦੇ ਵਿੱਚ ਆ, ਕੋਈ ਇੱਥੇ ਹੋਣ ਦੇ ਬਾਵਜੂਦ ਬਿਮਾਰ ਹੈ, ਉਹਨਾਂ ਦੇ ਵੱਲੋਂ ਜਦੋਂ ਪ੍ਰਚਾਰ ਨਹੀਂ ਕੀਤਾ ਗਿਆ, ਜਦੋਂ ਉਹਨਾਂ ਨੇ ਇਹਨੂੰ ਸੀਰੀਅਸ ਨਹੀਂ ਲਿਆ ਇਸ ਚੋਣ ਨੂੰ, ਤਾਂ ਫਿਰ ਪੰਜਾਬ ਦੇ ਤੇ ਖਾਸ ਕਰਕੇ ਸੰਗਰੂਰ ਦੇ ਲੋਕ ਇਸ ਚੋਣ ਨੂੰ ਸੀਰੀਅਸ ਕਿਉਂ ਲੈਣ? ਜੇ ਨੇਤਾ ਕੁਝ ਕਰਨਗੇ ਤਾਂ ਵੋਟਰ ਮਗਰ ਲੱਗ ਤੁਰੂਗਾ, ਜੇ ਨੇਤਾ ਹੀ ਕਿਨਾਰਾਕਸ਼ੀ ਕਰਦੇ ਤਾਂ ਫਿਰ ਵੋਟਰਾਂ ਨੇ ਵੀ ਕੀ ਲੈਣਾ। ਸੋ ਹਾਲਾਂਕਿ ਲੋਕਾਂ ਨੂੰ ਆਪਦੇ ਵੋਟ ਅਧਿਕਾਰ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ, ਆਪਣੀ ਇੱਛਾ ਦੇ ਮੁਤਾਬਕ ਵੋਟ ਪਾਉਣੀ ਚਾਹੀਦੀ ਹੈ, ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਹਾਂ। ਪਰ ਐਤਕੀ ਘੱਟ ਫੀਸ ਦੀ ਜਿਹੜੀਆਂ ਵੋਟਾਂ ਪੋਲ ਹੋਈਆਂ ਇਹਦੇ ਕਰਕੇ ਬਹੁਤ ਵੱਡੇ ਸਵਾਲ ਪੈਦਾ ਹੋਏ ਆ ਕਿ ਕੀ ਲੋਕਾਂ ਦਾ ਮਨ ਖੱਟਾ ਹੋ ਗਿਆ, ਕੀ ਲੋਕ ਹੁਣ ਵੋਟਾਂ ਪਾਉਣ ਦੇ ਇੱਛੁਕ ਨਹੀਂ, ਕੀ ਲੋਕ ਆ ਜਿਹੜੇ ਇਹ ਸੋਚਦੇ ਵੀ ਯਾਰ ਹੁਣ ਕਤਾਰਾਂ 'ਚ ਹੀ ਥੋੜ੍ਹੀ ਲੱਗੀ ਜਾਣਾ, 3.5 ਮਹੀਨੇ ਪਹਿਲਾਂ ਲੱਗੇ ਸੀ ਹੁਣ ਫੇਰ ਲੱਗ ਜਾਓ। ਨਾਲੇ 1.5 ਸਾਲ ਦੇ ਲਈ ਲੋਕ ਸਭਾ ਦੇ ਵਿੱਚ ਪਹੁੰਚਣਾ ਹੈਗਾ, ਜਿਹਨੇ ਵੀ ਪਹੁੰਚਣਾ ਸੰਗਰੂਰ ਖੇਤਰ ਤੋਂ। ਸੋ ਸੰਗਰੂਰ ਦੇ ਲੋਕਾਂ ਦਾ ਫੈਸਲਾ ਕੀ ਆਊਗਾ ਇਹ 26 ਤਰੀਕ ਨੇ ਦੱਸਣਾ, ਫਤਵਾ ਕੀ ਦੇਣਗੇ ਇਹ 26 ਤਰੀਕ ਨੂੰ ਪਤਾ ਲੱਗੂਗਾ। ਪਰ ਸੰਗਰੂਰ ਦੇ ਲੋਕਾਂ ਦੇ ਉੱਤੇ ਮਾਣ ਬਹੁਤ ਹੋਇਆ। ਉਹ ਮਾਣ ਇਸ ਕਰਕੇ ਹੋਇਆ ਕਿ ਪੰਜਾਬ ਦੇ ਵਿੱਚ ਇੱਕ ਨਵੀਂ ਪਿਰਤ ਪਈ ਹੈ। ਆਮ ਤੌਰ ਦੇ ਉੱਤੇ 15-20 ਦਿਨ ਪਹਿਲਾਂ, ਮਹੀਨਾ ਪਹਿਲਾਂ ਦਾਰੂ ਸ਼ਾਰੂ ਜਿੰਨੀ ਰੁੜਦੀ ਹੈ, ਜਿਸ ਤਰੀਕੇ ਨਾਲ ਕੁੱਕੜ ਛੁੱਕੜ ਚਰੂੰਡੇ ਜਾਂਦੇ ਆ, ਤੇ ਐਤਕੀ ਉਹ ਕੁਝ ਦੇਖਣ ਨੂੰ ਨਹੀਂ ਮਿਲਿਆ। ਐਤਕੀ ਗੁਲਾਬੀ ਰੰਗ ਦੇ ਨੋਟ ਵੀ ਨਹੀਂ ਚੱਲੇ, ਜਿਹੜੀ ਕਿ ਉੱਥੋਂ ਜਾਣਕਾਰੀ ਮਿਲੀ ਆ। ਐਤਕੀ ਬਿਲਕੁਲ ਦਾਰੂ ਰਹਿਤ ਤੇ ਰੁਪਈਆਂ ਰਹਿਤ ਵੋਟਾਂ ਪਈਆਂ।
ਇਹ ਇੱਕ ਚੰਗੀ ਗੱਲ ਹੈ। ਇਹ ਸਿਰਫ ਜ਼ਿਮਨੀ ਚੋਣ ਤੱਕ ਗੱਲ ਸੀਮਤ ਨਾ ਰਹੇ। ਪੰਜਾਬ ਦੀ ਹਰ ਚੋਣ ਦੇ ਵਿੱਚ ਭਾਵੇਂ 24 ਵਾਲੀ ਹੋਵੇ, ਭਾਵੇਂ ਪੰਚਾਇਤੀ ਚੋਣਾਂ ਹੋਣ, ਭਾਵੇਂ ਵਿਧਾਨ ਸਭਾ ਦੀਆਂ 27 ਵਾਲੀਆਂ ਚੋਣਾਂ ਹੋਣ, ਜਾਂ ਉਸ ਤੋਂ ਪਹਿਲਾਂ ਜੋ ਵੀ ਮੌਕੇ ਦੀਆਂ ਚੋਣਾਂ ਹੁੰਦੀਆਂ, ਉਹ ਸਾਰੀਆਂ ਪਾਰਦਰਸ਼ੀ ਤਰੀਕੇ ਨਾਲ, ਬਿਨਾਂ ਲਾਲਚ ਦੇ, ਬਿਨਾਂ ਭੈ ਦੇ, ਬਿਨਾਂ ਨਸ਼ੇ ਦੇ ਵੋਟਾਂ ਪੈਂਦੀਆਂ ਰਹਿਣ। ਇਹਦੇ ਬਾਬਤ ਅਸੀਂ ਕਾਮਨਾ ਕਰਦੇ ਹਾਂ। ਪਰ ਵਕਤ ਦੱਸੂਗਾ ਕਿ ਗੁਰਮੇਲ ਸਿੰਘ ਘਰਾਚੋਂ ਜਾਂ ਸਿਮਰਨਜੀਤ ਸਿੰਘ ਮਾਨ ਦੋਵਾਂ ਦੇ ਵਿੱਚੋਂ ਕੌਣ ਬਾਜ਼ੀ ਮਾਰਦਾ, ਤੇ ਜਾਂ ਫਿਰ ਦੋਵਾਂ ਦੀ ਜੰਗ ਦੇ ਵਿੱਚ ਗੋਲਡੀ ਬੀਬੀ ਕਮਲਦੀਪ ਕੌਰ ਜਾਂ ਕੇਵਲ ਸਿੰਘ ਢਿੱਲੋਂ ਬਾਜ਼ੀ ਮਾਰਦੇ ਆ। ਸਮੇਂ ਦੇ ਗਰਭ ਦੇ ਵਿੱਚ ਸਭ ਕੁਝ ਲੁਕਿਆ ਹੋਇਆ। ਕੁਝ ਘੰਟਿਆਂ ਬਾਅਦ, ਯਾਨੀ ਕਿ 2 ਦਿਨ ਦੀ ਦੂਰੀ ਤੋਂ ਬਾਅਦ ਇਹਦੇ ਬਾਬਤ ਨਤੀਜੇ ਆਉਣੇ ਆ ਤੇ ਸਭ ਕੁਝ ਸਭ ਦੇ ਸਾਹਮਣੇ ਆ ਜਾਣਾ। ਲੰਘੇ ਕੱਲ੍ਹ ਪੰਜਾਬ ਦੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੇ ਵਿੱਚ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਕਿਵੇਂ ਆ। ਬਹੁਤ ਸਾਰੇ ਖੁਲਾਸੇ ਨਵੇਂ ਕੀਤੇ ਗਏ ਆ। ਆਪਾਂ ਜਾਣਦੇ ਹਾਂ ਕਿ ਇਸ ਤੋਂ ਪਹਿਲਾਂ 2 ਸ਼ਾਰਪ ਸ਼ੂਟਰ ਦਿੱਲੀ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ, ਤੇ ਹੁਣ ਪੰਜਾਬ ਦੀ ਪੁਲਿਸ ਨੇ ਗੱਲ ਕਹੀ ਹੈ ਜੀ ਕਿ ਅਸੀਂ ਸਾਰੀ ਕਹਾਣੀ ਸੁਲਝਾ ਲਈ ਹੈ। ਵਿਚਲੀ ਕਹਾਣੀ ਸਾਹਮਣੇ ਆ ਗਈ ਹੈ ਕਿ ਜਨਵਰੀ ਮਹੀਨੇ ਤੋਂ ਕਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਦਾ ਪਿੱਛਾ ਕੀਤਾ ਜਾ ਰਿਹਾ ਸੀ, ਉਹਦੇ ਕਤਲ ਦੀਆਂ ਯੋਜਨਾਵਾਂ ਕਿਸ ਤਰੀਕੇ ਨਾਲ ਘੜੀਆਂ ਜਾ ਰਹੀਆਂ ਸੀ। ਇਹ ਵੀ ਗੱਲ ਕਹੀ ਗਈ ਹੈ ਕਿ ਸਿੱਧੂ ਮੂਸੇਵਾਲਾ ਕਿਉਂ ਅੱਖਾਂ ਦੇ ਵਿੱਚ ਰੜਕਦਾ ਸੀ। ਵਿੱਕੀ ਮਿੱਡੂ ਖੜਾ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਦੇ ਉੱਤੇ ਸਿੱਧੂ ਮੂਸੇਵਾਲਾ ਕਿਉਂ ਆਇਆ, ਤੇ ਕਿਸ ਤਰੀਕੇ ਦੇ ਨਾਲ ਰੇਕੀ ਕੀਤੀ ਗਈ, ਤੇ 29 ਮਈ ਨੂੰ ਕਤਲ ਤੋਂ ਪਹਿਲਾਂ ਕਿੰਨੇ ਦਿਨ ਪਹਿਲਾਂ ਹੀ ਇਹ ਸਾਰਾ ਕੁਝ ਪਲਾਨ ਦੇ ਰੂਪ ਦੇ ਵਿੱਚ ਸਾਹਮਣੇ ਆਇਆ, ਤੇ ਸੰਦੀਪ ਕੇਕੜੇ ਨੇ ਤੇ ਬਾਕੀਆਂ ਨੇ ਕਿਹੋ ਜਿਹਾ ਇਹਦੇ ਵਿੱਚ ਯੋਗਦਾਨ ਪਾਇਆ, ਕਿਸ ਤਰੀਕੇ ਦੇ ਨਾਲ ਕਰੋਲਾ ਤੇ ਬਲੈਰੋ ਗੱਡੀ ਦੇ ਚਾਲਕਾਂ ਨੂੰ ਰਾਹ ਦਿਖਾਇਆ ਗਿਆ। ਇਹਦੇ ਬਾਬਤ ਪੁਲਿਸ ਦੇ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੁਲਿਸ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ, ਉਸ ਤੋਂ ਬਾਅਦ ਨਵੀਆਂ ਕੜੀਆਂ ਇਹਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦੀਆਂ, ਇਹ ਵਕਤ ਨੇ ਬਿਆਨ ਕਰਨਾ। ਪਰ ਦਿੱਲੀ ਦੀ ਪੁਲਿਸ ਦੇ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਬਾਕੀ 4 ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੀ ਪੂਰਾ ਤਾਣ ਲਾ ਰਹੇ ਹਾਂ, ਯਾਨੀ ਕਿ ਬਾਕੀ 4 ਸ਼ਾਰਪ ਸ਼ੂਟਰ ਵੀ। ਪੰਜਾਬ ਦੀ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਲਾਰੈਂਸ ਬਿਸ਼ਨੋਈ ਤੇ ਉਸ ਦੇ ਬਾਕੀ ਸਾਥੀਆਂ ਦੇ ਬਾਬਤ ਗੱਲ ਦੱਸੀ ਗਈ ਹੈ ਕਿ ਇਹਨਾਂ ਨੇ ਕਿਉਂ ਨਿਸ਼ਾਨੇ ਦੇ ਉੱਤੇ ਸਿੱਧੂ ਮੂਸੇਵਾਲੇ ਨੂੰ ਰੱਖਿਆ ਸੀਗਾ। ਇਸੇ ਦਰਮਿਆਨ ਇੱਕ ਬਹੁਤ ਵੱਡੀ ਖਬਰ ਇਹ ਹੈ ਕਿ ਕੁਝ ਕੁ ਘੰਟਿਆਂ ਦੇ ਵਿੱਚ ਹੀ ਮਿਲੀਅਨਾਂ ਵਿਊ ਨੂੰ ਪਾਰ ਕਰਨ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਨੇ, ਜਿਹਦਾ ਨਾਂ ਹੈ SYL ਗੀਤ ਆ ਜਿਹੜਾ ਉਹ ਹਾਲੇ ਦੇਰੀ ਬਾਅਦ ਰਿਲੀਜ਼ ਹੋਣਾ ਸੀ, ਪਰ ਕਿਸੇ ਸ਼ਰਾਰਤੀ ਅਨਸਰ ਨੇ ਜਾਂ ਕੋਈ ਵੀ ਦੁਖੀ ਹੋਊਗਾ ਉਹਦੇ ਵੱਲੋਂ ਸਿੱਧੂ ਮੂਸੇਵਾਲਾ ਦੇ ਇਸ ਗੀਤ ਨੂੰ ਪਹਿਲਾਂ ਲੀਕ ਕਰ ਦਿੱਤਾ ਗਿਆ, ਜਿਹਦੇ ਕਰਕੇ ਸਿੱਧੂ ਮੂਸੇਵਾਲੇ ਦੀ ਟੀਮ ਦੇ ਵੱਲੋਂ ਤੇ ਮਾਪਿਆਂ ਦੇ ਵੱਲੋਂ 22 ਜੂਨ ਨੂੰ ਇਹ ਗੱਲ ਦੱਸੀ ਗਈ ਕਿ 23 ਜੂਨ ਨੂੰ ਸ਼ਾਮੀ 6 ਵਜੇ ਅਸੀਂ ਇਹ ਗੀਤ ਨੂੰ ਰਿਲੀਜ਼ ਕਰਾਂਗੇ। ਤੇ ਰਿਲੀਜ਼ ਹੋਣ ਸਾਰ ਇਸ ਗੀਤ ਨੇ ਇੱਕ ਨਵਾਂ ਰਿਕਾਰਡ ਕਾਇਮ ਕਰਤਾ, ਕਿਉਂਕਿ ਇਸ ਗੀਤ ਦੇ ਬੋਲ ਸੁਥਰੇ ਵੀ ਹੈ ਤੇ ਖੁਦ ਮੁਖਤਿਆਰੀ ਦੀ ਗੱਲ ਕਰਨ ਵਾਲੇ ਵੀ ਹੈ। ਪਹਿਲੀ ਵਾਰ ਕਿਸੇ ਗੀਤ ਦੇ ਵਿੱਚ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਵੀ ਸੁਣਿਆ, ਤੇ ਪਹਿਲੀ ਵਾਰ ਪੰਜਾਬ ਦੇ ਪਾਣੀ ਦੇ ਉੱਤੇ ਕਿਸੇ ਦਾ ਡਾਕਾ ਨਹੀਂ ਪੈਣ ਦੇਣਾ, ਇਸ ਰੂਪ ਦੇ ਵਿੱਚ ਇਸ ਪ੍ਰਸੰਗ ਦੇ ਵਿੱਚ ਵੀ ਆਵਾਜ਼ ਚੁੱਕੀ ਗਈ ਹੈ। ਲੋਕਾਂ ਦੇ ਵੱਲੋਂ ਭਰਵਾਂ ਇਸ ਗੀਤ ਨੂੰ ਹੁੰਗਾਰਾ ਦਿੱਤਾ ਜਾ ਰਿਹਾ। ਇਹ ਗੀਤ ਆਪਣੇ ਰਿਕਾਰਡ ਆਪ ਤੋੜੂਗਾ, ਇਸ ਗੱਲ ਦੀ ਪੂਰੀ ਆਸ ਕਰਨੀ ਬਣਦੀ ਹੈ। ਦੇਖੋ ਗੱਲ ਫੇਰ ਆ ਗਈ, ਚੰਗੀ ਚੀਜ਼ ਕਿਸੇ ਨੇ ਵੀ ਪੇਸ਼ ਕੀਤੀ ਹੋਵੇ ਉਹਦੀ ਸਿਫਤ ਕਰਨੀ ਬਣਦੀ ਹੈ, ਤੇ ਜੇਕਰ ਆਲੋਚਨਾ ਦਾ ਪੱਖ ਹੋਵੇ ਤਾਂ ਉਹਦੀ ਆਲੋਚਨਾ ਵੀ ਕਰਨੀ ਬਣਦੀ ਹੈ। ਪਰ ਇਹ ਗੀਤ ਹੈ ਕਮਾਲ ਦਾ। ਜੇ ਸਿੱਧੂ ਮੂਸੇਵਾਲਾ ਅੱਜ ਜਿਉਂਦਾ ਹੁੰਦਾ ਤਾਂ ਇਸ ਗੀਤ ਨੇ ਉਹਦਾ ਕੱਦ ਬਹੁਤ ਉੱਚਾ ਕਰਨਾ ਸੀ, ਪਰ ਉਹ ਦੁਨੀਆ ਦੇ ਵਿੱਚ ਨਹੀਂ ਰਿਹਾ। ਉਹਦੇ ਕਾਤਲ ਗ੍ਰਿਫਤਾਰ ਹੋਣ, ਮਾਪਿਆਂ ਨੂੰ, ਪੰਜਾਬ ਦੇ ਲੋਕਾਂ ਨੂੰ ਇਨਸਾਫ ਮਿਲੇ ਦੀ ਕਾਮਨਾ ਕਰਦੇ ਆ। ਪਰ ਜਿਹੜੇ ਗੀਤਾਂ ਨੂੰ ਲੀਕ ਕਰਨ ਵਾਲੇ ਆ, ਉਹਨਾਂ ਨੂੰ ਬੇਨਤੀ ਇਹ ਆ ਕਿ ਕੋਈ ਜਦੋਂ ਜਹਾਨੋਂ ਤੁਰ ਜਾਂਦਾ, ਗਾਇਕ ਹੋਵੇ, ਜਿਹੜਾ ਕਲਾਕਾਰ ਹੋਵੇ, ਉਹਦਾ ਸਰਮਾਇਆ, ਉਹਦੀ ਜਾਇਦਾਦ, ਉਹਦੀ ਕਲਾ ਸਾਰੀ ਇਹਦੇ ਵਿੱਚ ਹੀ ਹੁੰਦੀ ਹੈ। ਉਹਦੀ ਸਾਰੀ ਉਮਰ ਦੀ ਜਿਹੜੀ ਕੀਤੀ ਕਰਾਈ ਆ ਉਹਦੇ ਗੀਤਾਂ ਦੇ ਵਿੱਚ ਹੁੰਦੀ ਹੈ। ਆਪਣੇ ਚੰਦ ਕੁ ਮੁਫਾਦਾਂ ਦੀ ਖਾਤਰ ਲੋਕਾਂ ਨੂੰ ਇਦਾਂ ਗੀਤ ਲੀਕ ਵੀ ਨਹੀਂ ਕਰਨੇ ਚਾਹੀਦੇ, ਤੇ ਇੱਕ ਧਿੱਤਬਾਜ਼ੀ ਕਰਨ ਤੋਂ ਵੀ ਬਾਜ਼ ਆਉਣਾ ਚਾਹੀਦਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਪਿਛਲੇ ਸਾਲ ਅਗਸਤ ਦੇ ਵਿੱਚ ਹੀ ਰਚੀ ਜਾ ਚੁੱਕੀ ਸੀ। ਉਸ ਦਾ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਸੀ। ਲਾਰੈਂਸ ਨੇ ਪੂਰੀ ਯੋਜਨਾ ਬਣਾਈ ਸੀ। ਉਸ ਦੇ ਭਰਾ ਅਨਮੋਲ ਤੇ ਕੈਨੇਡਾ ਬੈਠੇ ਸਾਥੀ ਤੇ ਭਾਣਜੇ ਦੇ ਵੱਲੋਂ ਇਸ ਘਟਨਾ ਨੂੰ, ਇਸ ਕਾਂਡ ਨੂੰ ਅੰਜਾਮ ਦਿੱਤਾ ਗਿਆ। ਪੰਜਾਬ ਪੁਲਿਸ ਨੇ ਲੰਘੇ ਕੱਲ੍ਹ ਇਹ ਖੁਲਾਸਾ ਕੀਤਾ। ਐਂਟੀ ਗੈਂਗਸਟਰ ਟਾਸਕ ਫੋਰਸ ਦੇ ADGP ਪ੍ਰਮੋਦ ਬਾਣ ਨੇ ਕਿਹਾ ਕਿ ਜਨਵਰੀ ਦੇ ਵਿੱਚ ਹੀ ਮੂਸੇਵਾਲਾ ਦੀ ਕਤਲ ਦੀ ਪਲੈਨਿੰਗ ਸੀ। ਹਾਲਾਂਕਿ ਉਸ ਵਕਤ ਉਹ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕੇ। ਇਹੀ ਨਹੀਂ, ਲਾਰੈਂਸ ਬਿਸ਼ਨੋਈ ਨੇ ਫਰਜ਼ੀ ਪਾਸਪੋਰਟ ਦੇ ਜ਼ਰੀਏ ਆਪਣੇ ਭਰਾ ਅਨਮੋਲ ਤੇ ਭਾਣਜੇ ਨੂੰ ਵਿਦੇਸ਼ ਦੇ ਵਿੱਚ ਭੇਜ ਦਿੱਤਾ ਤਾਂ ਜੋ ਉਹ ਕਤਲ ਕਰਨ ਤੋਂ ਬਾਅਦ ਪੁਲਿਸ ਦੇ ਹੱਥ ਨਾ ਲੱਗਣ। ADGP ਪ੍ਰਮੋਦ ਬਾਣ ਨੇ ਕਿਹਾ ਕਿ ਸ਼ਾਰਪ ਸ਼ੂਟਰ 25 ਮਈ ਨੂੰ ਹੀ ਮਾਨਸਾ ਦੇ ਵਿੱਚ ਪਹੁੰਚ ਚੁੱਕੇ ਸਨ। ਉਦੋਂ ਤੋਂ ਸਿੱਧੂ ਮੂਸੇਵਾਲੇ ਦੀ ਹੱਤਿਆ ਦਾ ਮੌਕਾ ਭਾਲ ਰਹੇ ਸਨ। 27 ਮਈ ਨੂੰ ਵੀ ਕੋਸ਼ਿਸ਼ ਕੀਤੀ ਗਈ ਪਰ ਉਹ ਕਾਮਯਾਬ ਨਹੀਂ ਹੋ ਸਕੇ। ਸੰਦੀਪ ਕੇਕੜਾ ਤੇ ਨਿੱਕੂ ਨੇ 29 ਮਈ ਨੂੰ ਮੂਸੇਵਾਲਾ ਦੀ ਰੇਕੀ ਕੀਤੀ। ਇਹ ਦੋਵੇਂ ਉਸ ਦੇ ਘਰ ਗਏ।
ਇਹਨਾਂ ਦੋਹਾਂ ਨੇ ਉਹਦੇ ਨਾਲ ਸੈਲਫੀ ਲਈ। ਫਿਰ ਵੀਡੀਓ ਕਾਲ ਕਰਕੇ ਗੋਲਡੀ ਤੇ ਸਚਿਨ ਥਾਪਰ ਨੂੰ ਮੂਸੇਵਾਲਾ ਦੇ ਬਾਰੇ ਜਾਣਕਾਰੀ ਦਿੱਤੀ। ਮੂਸੇਵਾਲਾ ਦੇ ਬਿਨਾਂ ਸਿਕਿਉਰਿਟੀ ਥਾਰ ਜੀਪ ਦੇ ਵਿੱਚ ਜਾਣ ਦੀ ਗੱਲ ਦੱਸੀ। ਇਸ ਤੋਂ ਬਾਅਦ ਉਹਨਾਂ ਨੇ ਬਾਈਕ ਰਾਹੀਂ ਕੁਝ ਦੂਰ ਤੱਕ ਥਾਰ ਦਾ ਪਿੱਛਾ ਕੀਤਾ। ਅੱਗੇ ਸੜਕ ਦੇ ਉੱਤੇ ਕਰੋਲਾ ਤੇ ਬਲੈਰੋ ਦੇ ਵਿੱਚ ਸ਼ਾਰਪ ਸ਼ੂਟਰ ਮੌਜੂਦ ਸਨ। ਉਹਨਾਂ ਨੂੰ ਇਸ਼ਾਰਾ ਕਰਕੇ ਇਹ ਦੋਵੇਂ ਉੱਥੋਂ ਨਿਕਲ ਗਏ। ਏਡੀਜੀਪੀ ਨੇ ਕਿਹਾ ਕਿ ਮੋਹਾਲੀ ਦੇ ਵਿੱਚ ਵਿੱਕੀ ਮਿੱਡੂ ਖੇੜਾ ਦਾ ਕਤਲ ਹੀ ਇਸ ਕਤਲ ਦਾ ਕਾਰਨ ਬਣਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜੋ ਪੰਜਾਬ ਦੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਗੱਲ ਦੱਸੀ ਗਈ ਹੈ, ਇਹਦੇ ਉੱਤੇ ਜੇਕਰ ਅਮਲ ਕੀਤਾ ਜਾਵੇ ਤਾਂ ਇਸ ਕਹਾਣੀ ਦੀ ਗੁੱਥੀ ਨੂੰ ਸੁਲਝਾਇਆ ਜਾ ਚੁੱਕਿਆ ਵੀ ਕਿਹਨੇ ਕਤਲ ਕੀਤਾ, ਕਿਉਂ ਕਤਲ ਕਰਵਾਇਆ, ਇਹਦੇ ਪਿੱਛੇ ਕਾਰਨ ਕਿਹੜੇ ਆ। ਲਾਰੈਂਸ ਬਿਸ਼ਨੋਈ ਇਸ ਵੇਲੇ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਹੈ। ਉਹਦਾ ਦੁਬਾਰਾ ਰਿਮਾਂਡ ਲਿਆ ਗਿਆ। ਪਰ ਇਹ ਆ ਕਿ ਪਿਛਲੇ ਦਿਨੀ ਆਪਾਂ ਜਾਣਦੇ ਹਾਂ ਕਿ ਲਾਰੈਂਸ ਬਿਸ਼ਨੋਈ ਦੇ ਵਕੀਲ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਦਾਖਲ ਕਰਾਂਗੇ ਕਿ ਮੇਰੇ ਕਲਾਇੰਟ ਨੂੰ ਕਿਸ ਤਰੀਕੇ ਦੇ ਨਾਲ ਪਰੇਸ਼ਾਨ ਕੀਤਾ ਜਾ ਰਿਹਾ, 3rd ਡਿਗਰੀ ਟੌਰਚਰ ਕੀਤਾ ਜਾ ਰਿਹਾ। ਸੋ ਇਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਦੇ ਵੱਲੋਂ ਕੀ ਮਾਣਯੋਗ ਦੇ ਵੱਲੋਂ ਫੈਸਲਾ ਸੁਣਾਇਆ ਜਾਊ, ਕੀ ਕਾਰਵਾਈ ਹੋਊ, ਇਹ ਵਕਤ ਦੱਸੂਗਾ। ਪਰ ਲੋਕ ਇਹ ਚਾਹੁੰਦੇ ਆ ਕਿ ਭਵਿੱਖ ਦੇ ਵਿੱਚ ਇਦਾਂ ਦਾ ਕੁਝ ਨਾ ਵਾਪਰੇ। ਲੋਕ ਇਹ ਚਾਹੁੰਦੇ ਆ ਕਿ ਭਵਿੱਖ ਦੇ ਵਿੱਚ ਇਸ ਤਰੀਕੇ ਦੀ ਕਤਲੋਗਾਰਦ ਨਾ ਹੋਵੇ। ਲੋਕ ਇਹ ਚਾਹੁੰਦੇ ਆ ਕਿਸੇ ਮਾਂ-ਬਾਪ ਦਾ ਆਸਰਾ ਕਦੇ ਵੀ ਨਾ ਖੋਇਆ ਜਾਵੇ। ਦੇਖੋ, ਜਹਾਨ ਤੋਂ ਸਭ ਨੇ ਜਾਣਾ, ਪਰ ਇਸ ਤਰੀਕੇ ਦੇ ਨਾਲ ਰਾਹ ਜਾਂਦੇ ਨੂੰ ਚਿੱਟੇ ਦਿਨ ਦੇ ਵਿੱਚ ਕਿਸੇ ਦਾ ਕਤਲ ਕਰ ਦੇਣਾ, ਉਹ ਭਾਵੇਂ ਕਿਸੇ ਵੀ ਧਿਰ ਦਾ ਹੋਵੇ, ਕਿਸੇ ਵੀ ਕਿੱਤੇ ਦਾ ਹੋਵੇ, ਕੋਈ ਵੀ ਕੰਮ ਕਰਦਾ ਹੋਵੇ, ਇਹ ਬਹੁਤ ਮੰਦਭਾਗੀ ਗੱਲ ਹੈ। ਪੁਲਿਸ ਦੇ ਵੱਲੋਂ ਅਗਲੇਰੀ ਕਾਰਵਾਈ ਕਿਹਦੇ ਉੱਤੇ ਤੇ ਕਿਵੇਂ ਕੀਤੀ ਜਾਊਗੀ, ਇਹ ਆਉਣ ਵਾਲਾ ਵਕਤ ਦੱਸੂਗਾ। ਪਰ ਹੌਲੀ-ਹੌਲੀ ਪੰਜਾਬ ਦੀ ਪੁਲਿਸ ਨੇ ਕਿਹਾ ਜੀ ਕਿ ਸਾਰੀਆਂ ਦੀਆਂ ਸਾਰੀਆਂ ਪਰਤਾਂ ਖੁੱਲ੍ਹ ਚੁੱਕੀਆਂ ਤੇ ਬਾਕੀ ਜਿਹੜੇ 4 ਸ਼ਾਰਪ ਸ਼ੂਟਰ ਆ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਵੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਤਾਣ ਲਾ ਰਹੇ ਹਾਂ। ਪਰ ਜਿਹੜੀ ਗੱਲ ਅਸੀਂ ਮੁੱਢ ਦੇ ਵਿੱਚ ਕੀਤੀ ਹੈ SYL ਗੀਤ ਦੀ, ਪਿਛਲੇ ਦਿਨੀ ਸਿੱਧੂ ਮੂਸੇਵਾਲਾ ਦੇ ਸਤਿਕਾਰਯੋਗ ਪਿਤਾ ਨੇ ਗੱਲ ਕਹੀ ਸੀ ਕਿ ਘੱਟੋ ਘੱਟ 5-10 ਸਾਲ ਤਾਂ ਅਸੀਂ ਸਿੱਧੂ ਮੂਸੇਵਾਲੇ ਨੂੰ ਜਿਉਂਦਾ ਰੱਖਣਾ ਤੇ ਉਹਦੇ ਬਹੁਤ ਸਾਰੇ ਗੀਤ ਆ ਤੇ 6-6 ਮਹੀਨਿਆਂ ਬਾਅਦ ਗੀਤ ਰਿਲੀਜ਼ ਕਰਿਆ ਕਰਾਂਗੇ। ਮਤਲਬ ਇਹ ਆ ਵੀ 10-12 ਗੀਤ ਹਾਲੇ ਪਏ ਆ। ਉਹਦੇ ਵਿੱਚੋਂ ਪਹਿਲਾ ਗੀਤ ਸਿੱਧੂ ਮੂਸੇਵਾਲੇ ਦੇ ਤੁਰ ਜਾਣ ਤੋਂ ਬਾਅਦ SYL ਰਿਲੀਜ਼ ਕੀਤਾ ਗਿਆ ਤੇ ਬਿਨਾਂ ਸ਼ੱਕ ਜਿਵੇਂ ਅਸੀਂ ਮੁੱਢ ਦੇ ਵਿੱਚ ਗੱਲ ਕਹੀ ਆ, ਇਹ ਗੀਤ ਇੱਕ ਚੰਗਾ, ਇਸ ਗੀਤ ਨੂੰ ਚਾਰੇ ਪਾਸੇ ਚਰਚਾ ਮਿਲ ਰਹੀ ਹੈ। ਇਸ ਗੀਤ ਦੇ ਬੋਲ ਚੰਗੇ ਆ, ਕੱਲਾ ਬੋਲ ਚੰਗਾ ਹੈਗਾ, ਜਿਹਦੇ ਕਰਕੇ ਇਹਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਸੋ ਸਿੱਧੂ ਮੂਸੇਵਾਲਾ, ਜਿਵੇਂ ਮੈਂ ਪਹਿਲਾਂ ਗੱਲ ਕਹੀ ਹੈ ਕਿ ਜੇਕਰ ਅੱਜ ਦੁਨੀਆ ਤੇ ਹੁੰਦਾ ਤਾਂ ਉਹਦਾ ਬਹੁਤ ਵੱਡਾ ਕੱਦ ਇਹਦੇ ਨਾਲ, ਇਸ ਗੀਤ ਦੇ ਨਾਲ ਹੋਰ ਹੋਣਾ ਸੀ, ਉਹਦਾ ਕੱਦ ਹੋਰ ਵੱਧ ਜਾਣਾ ਸੀ। ਪਰ ਉਹ ਦੁਨੀਆ ਦੇ ਵਿੱਚ ਨਹੀਂ। ਇਸ ਗੱਲ ਦਾ ਦੁੱਖ ਵੀ ਹੈ। ਵਿਚਾਰਧਾਰਕ ਤੌਰ ਦੇ ਉੱਤੇ ਤੁਸੀਂ ਕਿਸੇ ਦੇ ਨਾਲ ਵੀ ਮਤਭੇਦ ਰੱਖਦੇ ਹੋ, ਤੁਹਾਨੂੰ ਕਿਸੇ ਦੇ ਵਿਚਾਰ ਪਸੰਦ ਨਾ ਪਸੰਦ ਹੋਣ, ਪਰ ਹਰ ਬੰਦੇ ਦੀ ਖੈਰ ਸੁੱਖ ਸਭ ਨੂੰ ਮੰਗਣੀ ਚਾਹੀਦੀ ਹੈ, ਤਮਾਸ਼ਬੀ ਨਹੀਂ ਛੱਡ ਕੇ। ਸੋ ਬਹੁਤ ਦੁੱਖ ਦੀ ਗੱਲ ਹੈ ਕਿ ਉਹ ਦੁਨੀਆ ਦੇ ਵਿੱਚ ਨਹੀਂ, ਪਰ ਇਹ ਗੀਤ ਆ ਜਿਹੜਾ ਚੰਗਾ। ਤੇ ਇਸ ਗੀਤ ਨੇ, ਮੇਰਾ ਖਿਆਲ ਆ ਵੀ ਜਿਹੜੇ ਸਿੱਧੂ ਮੂਸੇਵਾਲਾ ਦੇ ਇਸ ਤੋਂ ਪਹਿਲਾਂ ਆਏ ਗੀਤ ਆ, ਉਹਨਾਂ ਦਾ ਰਿਕਾਰਡ ਆਪੇ ਤੋੜਨਾ। ਪੰਜਾਬ ਦੇ ਵਿੱਚ ਲਗਾਤਾਰ ਗੈਂਗਸਟਰਾਂ ਦੇ ਨਾਂ ਦੇ ਉੱਤੇ ਧਮਕੀਆਂ ਦੇਣ ਦਾ ਸਿਲਸਿਲਾ ਜਾਰੀ ਹੈ। ਕਦੇ ਖਬਰ ਆਉਂਦੀ ਹੈ ਜੀ ਕਿ ਫਲਾਣੇ ਗੈਂਗਸਟਰ ਦੇ ਨਾਂ ਦੇ ਉੱਤੇ ਫਲਾਣੇ ਵਪਾਰੀ ਨੂੰ, ਕਦੇ ਕਿਸੇ ਨੇਤਾ ਨੂੰ, ਕਦੇ ਕਿਸੇ ਗਾਇਕ ਨੂੰ, ਕਦੇ ਕਿਸੇ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਅੱਗੇ ਤੋਂ ਅੱਗੇ ਜਾਰੀ ਹੈ। ਦੁੱਖ ਹੁੰਦਾ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਜਦੋਂ ਦਹਿਸ਼ਤ ਪਸਰਦੀ ਹੈ। ਇਹ ਕੁਝ ਰੁਕ ਜਾਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਪਰ ਲੰਘੇ ਕੱਲ੍ਹ ਹਰਪ੍ਰਤਾਪ ਸਿੰਘ ਅਜਨਾਲਾ, ਜਿਹੜੇ ਕਿ ਸਾਬਕਾ ਕਾਂਗਰਸੀ ਵਿਧਾਇਕ ਹੈ, ਉਹਨਾਂ ਦੇ ਵੱਲੋਂ ਵੀ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਹਨਾਂ ਨੂੰ ਵੀ WhatsApp ਕਾਲ ਦੇ ਉੱਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਪੈਸੇ ਮੰਗੇ ਗਏ ਆ, ਨਹੀਂ ਤਾਂ ਫਿਰ ਹਰਜਾਨਾ ਭੁਗਤਣ ਨੂੰ ਤਿਆਰ ਰਹਿਣ ਦੇ ਲਈ ਕਿਹਾ ਗਿਆ। ਇਹ ਪਹਿਲੀ ਵਾਰ ਨਹੀਂ ਹੋਇਆ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਹੀ ਇਹੋ ਜਿਹੇ ਫੋਨ ਕਈ ਦਰਜਨ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਆ ਰਹੇ ਆ। ਇਹ ਨਹੀਂ ਕਹਿ ਸਕਦੇ ਵੀ ਭਾਈ ਸਾਰੇ ਲੋਕ ਪੁਲਿਸ ਦੇ ਕੋਲੇ ਜਾ ਕੇ ਸ਼ਿਕਾਇਤ ਦਰਜ ਕਰਵਾਉਂਦੇ ਆ। ਹੋ ਸਕਦਾ ਕੋਈ ਨਾ ਕੋਈ ਫਰੌਤੀ ਦੇ ਵੀ ਦਿੰਦਾ ਹੋਵੇ, ਕਿਉਂਕਿ ਖਬਰਾਂ ਉਦੋਂ ਆਉਂਦੀਆਂ ਜਦੋਂ ਬੰਦਾ ਪੈਸੇ ਦੇਣ ਤੋਂ ਇਨਕਾਰ ਕਰਦਾ ਤੇ ਜਦੋਂ ਬੰਦਾ ਪੁਲਿਸ ਦਾ ਦਰਵਾਜ਼ਾ ਖੜਕਾਉਂਦਾ। ਸੋ ਆਉਂਦੇ ਸਮੇਂ ਦੇ ਵਿੱਚ ਸਾਰਾ ਕੁਝ ਠੀਕ ਰਹੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਪਰ ਪਹਿਲਾਂ ਇਸ ਖਬਰ ਦਾ ਸੰਖੇਪ ਦੇ ਵਿੱਚ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਹਲਕਾ ਅਜਨਾਲਾ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਫੋਨ ਤੇ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਅਜਨਾਲਾ ਨੇ ਪੁਲਿਸ ਨੂੰ ਸੂਚਿਤ ਕੀਤਾ ਹੈ ਕਿ WhatsApp ਨੰਬਰ ਦੇ ਉੱਤੇ ਆਈ ਫੋਨ ਕਾਲ ਦੌਰਾਨ ਵਿਅਕਤੀ ਨੇ ਆਪਣਾ ਨਾਮ ਵਿੱਕੀ ਕੋਬਰਾ ਦੱਸਿਆ। ਉਸ ਵਿਅਕਤੀ ਨੇ ਅਜਨਾਲਾ ਨੂੰ ਕਿਹਾ ਕਿ ਜੇਕਰ ਉਸ ਨੂੰ ਜਲਦ ਪੈਸੇ ਨਾ ਦਿੱਤੇ ਗਏ ਤਾਂ ਉਹ ਉਸ ਨੂੰ ਗੋਲੀ ਮਾਰ ਦੇਣਗੇ। ਇਸ ਮਾਮਲੇ ਸੰਬੰਧੀ ਪੁਲਿਸ ਦੇ ਵੱਲੋਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ FIR ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਰਪ੍ਰਤਾਪ ਸਿੰਘ ਅਜਨਾਲਾ ਅੰਮ੍ਰਿਤਸਰ ਤੋਂ ਹੁਣ ਤੱਕ ਦੂਜੇ ਸਿਆਸੀ ਨੇਤਾ ਨੇ ਜਿਨ੍ਹਾਂ ਨੂੰ ਇਸ ਤਰੀਕੇ ਦੀ ਧਮਕੀ ਮਿਲੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਹ ਸਭ ਕੁਝ ਰੁਕਣਾ ਚਾਹੀਦਾ। ਸਾਡਾ ਜੇਕਰ ਸਾਈਬਰ ਕ੍ਰਾਈਮ ਸੈੱਲ ਬਹੁਤ ਮਜ਼ਬੂਤ ਹੋਊਗਾ ਤੇ ਜੇਕਰ ਪੁਲਿਸ ਦਾ ਅਸਲ ਅਰਥਾਂ ਦੇ ਵਿੱਚ ਡਰ ਹੋਊਗਾ ਤਾਂ ਇਹ ਸਾਰਾ ਕੁਝ ਰੁਕੂਗਾ, ਨਹੀਂ ਤਾਂ ਨਹੀਂ ਰੁਕਣਾ। ਕਿਉਂਕਿ ਲੋਕ ਆਪਣੀ ਸ਼ਿਕਾਇਤ ਵੱਧ ਤੋਂ ਵੱਧ ਕਿੱਥੇ ਕਰਵਾਉਂਦੇ? ਪੁਲਿਸ ਦੇ ਕੋਲੇ।
ਪੁਲਿਸ ਦੇ ਵੱਲੋਂ ਸਹਾਰਾ ਲਿਆ ਜਾਂਦਾ ਸਾਈਬਰ ਕ੍ਰਾਈਮ ਸੈੱਲ ਦਾ ਵੀ ਇਹ ਕਿੱਥੋਂ ਆਈ ਹੈ ਕਾਲ, ਕਿਹੜੇ ਆਈਪੀਐਸ ਐਡਰੈਸ ਤੋਂ ਆਈ ਹੈ, ਕਿਵੇਂ ਹੋਇਆ ਤੇ ਕਿਵੇਂ ਨਹੀਂ, ਕਿਹੜੀ ਐਪ ਦੇ ਰਾਹੀਂ ਆਈ ਆ, ਕੀ ਕੁਝ ਹੋਇਆ। ਪਰ ਜੇਕਰ ਉਸ ਥਾਂ ਦੇ ਉੱਤੇ ਪੜਤਾਲ ਕਰਕੇ ਤੇ ਬੰਦੇ ਲੱਭ ਲਏ ਜਾਣ ਜਾਂ ਸਾਰੀ ਗੱਲ ਜਿਹੜੀ ਉਹ ਸਮਝ ਦੇ ਵਿੱਚ ਆਵੇ ਤਾਂ ਇਸ ਮਾਮਲੇ ਨੂੰ ਠੱਲ ਪਾਈ ਜਾ ਸਕਦੀ, ਨਹੀਂ ਤਾਂ ਪੰਜਾਬ ਦੇ ਲੋਕ ਦਹਿਸ਼ਤ ਦੇ ਵਿੱਚ ਰਹਿਣਗੇ। ਅੱਜ ਕਾਰੋਬਾਰੀ ਕੰਬੇ ਹੋਏ ਆ, ਅੱਜ ਖਿਡਾਰੀ ਕੰਬੇ ਹੋਏ ਆ, ਅੱਜ ਗਾਇਕ ਕੰਬੇ ਹੋਏ ਆ ਤੇ ਅੱਜ ਲੀਡਰਾਂ ਦੇ ਇੱਕ ਹਿੱਸੇ ਨੂੰ ਵੀ ਧਮਕੀਆਂ ਆ ਰਹੀਆਂ। ਸੋ ਇਹ ਸਾਰਾ ਰੁਝਾਨ ਖਤਮ ਹੋਣਾ ਚਾਹੀਦਾ ਤੇ ਕਦੋਂ ਖਤਮ ਹੋਊਗਾ ਇਹਦੇ ਬਾਬਤ ਹਾਲੇ ਕੁਝ ਕਹਿ ਨਹੀਂ ਸਕਦੇ, ਕਿਉਂਕਿ ਲਗਾਤਾਰ ਫੋਨ ਅੱਗੇ ਤੋਂ ਅੱਗੇ ਆ ਰਹੇ ਆ ਤੇ ਦਹਿਸ਼ਤ ਦਾ ਪਸਾਰਾ ਕਰ ਰਹੇ ਆ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।